ਪੰਜਾਬੀ ਮੀਡੀਅਮ ਜਾਂ ਹਿੰਦੀ ਮੀਡੀਅਮ ਤੋਂ ਪੜ੍ਹੇ ਹੋਏ ਸਟੂਡੈਂਟਸ ਨੂੰ ਕੀ ਪ੍ਰੋਬਲਮ ਆ ਰਹੀ ਹੈਗੀ ਆ ਔਰ ਸਾਰਾ ਕੁਝ ਟਰਾਈ ਕਰਨ ਤੋਂ ਬਾਅਦ 'ਚ ਕੋਚਿੰਗ ਦੀਆਂ ਸਾਰੀਆਂ ਇੰਸਟਰਕਸ਼ਨ ਫੋਲੋ ਕਰਨ ਤੋਂ ਬਾਅਦ ਵਿੱਚ ਵੀ ਤੁਹਾਡੇ ਨੰਬਰ ਕਿਉਂ ਨਹੀਂ ਆ ਰਹੇ ਹੈਗੇ ਆ, ਉਸ ਦੇ ਰੀਜ਼ਨਸ ਨੂੰ ਅੱਜ ਆਪਾਂ 1 ਬਾਏ 1 ਇਸ ਵੀਡੀਓ 'ਚ ਡਿਸਕਸ ਕਰਾਂਗੇ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਥੋੜੀ ਜਿਹੀ ਲੈਂਥੀ ਵੀਡੀਓ ਹੋਏਗੀ ਬਟ ਇਹ ਵੀਡੀਓ ਤੁਹਾਡੇ ਪੂਰੀ ਦੀ ਪੂਰੀ ਆਇਲਸ ਪ੍ਰੈਪਰੇਸ਼ਨ ਨੂੰ ਚੇਂਜ ਕਰ ਸਕਦੀ ਹੈਗੀ ਆ ਔਰ ਨੈਕਸਟ ਐਗਜ਼ਾਮ 'ਚ 100% ਸ਼ੋਰਿਟੀ ਦੇ ਸਕਦੀ ਕਿ ਉਹ ਕਲੀਅਰ ਹੋ ਜਾਵੇ। ਸੋ ਸਭ ਤੋਂ ਪਹਿਲੀ ਗਲਤੀ ਜਿਹੜੀ ਹੈਗੀ ਆ ਉਹ ਇਹ ਹੁੰਦੀ ਹੈ ਕਿ ਮੰਨ ਲਓ ਕਿ ਸਾਡੇ ਕੋਲ ਬੈਂਡ 4 5 6 ਜਾਂ 7 ਲੈਵਲ ਹੈਗਾ ਔਰ ਦਿਸ ਇਜ਼ ਦਾ ਲੈਵਲ, ਇਹ ਮਾਰਕਸ ਨਹੀਂ ਹੁੰਦੇ, ਨੰਬਰ ਨਹੀਂ ਹੁੰਦੇ ਹੈਗੇ, ਇਹ ਤੁਹਾਡਾ ਅੰਡਰਸਟੈਂਡਿੰਗ ਦਾ ਲੈਵਲ ਹੁੰਦਾ। ਸੋ ਅਗਰ ਤੁਹਾਡਾ ਅੰਡਰਸਟੈਂਡਿੰਗ ਦਾ ਲੈਵਲ ਐਟ ਪ੍ਰੈਜ਼ੈਂਟ ਮੰਨ ਕੇ ਚੱਲੇ ਕਿ ਬੈਂਡ 4 ਦਾ ਹੈ, ਹਾਲਾਂਕਿ ਪੰਜਾਬ ਬੋਰਡ ਸਟੂਡੈਂਟਸ ਦਾ, ਪੰਜਾਬੀ ਮੀਡੀਅਮ ਸਟੂਡੈਂਟਸ ਦਾ ਜਾਂ ਹਿੰਦੀ ਮੀਡੀਅਮ ਤੋਂ ਪੜ੍ਹੇ ਸਟੂਡੈਂਟ ਦਾ ਇੰਨਾ ਨਹੀਂ ਮਾੜਾ ਹੁੰਦਾ ਹੈਗਾ, ਬਟ ਆਪਾਂ ਫਿਰ ਵੀ ਮੰਨ ਕੇ ਚੱਲਦੇ ਹਾਂ ਕਿ ਬੈਂਡ 4 ਦੇ ਉੱਤੇ ਤੁਸੀਂ ਹੋ ਔਰ ਤੁਹਾਡਾ ਟੀਚਰ ਤੁਹਾਨੂੰ ਬੈਂਡ 7 ਦੀ ਕੋਚਿੰਗ ਦੇ ਰਿਹਾ ਹੈਗਾ। ਸੋ ਇਹ ਪ੍ਰੋਬਲਮ ਆ, ਇਹ ਪ੍ਰੋਬਲਮ ਇਸ ਕਰਕੇ ਹੈਗੀ ਹੈ ਕਿਉਂਕਿ ਸਾਡੇ ਕੋਲ ਬੈਂਡ 5 ਔਰ ਬੈਂਡ 6 ਦੇ ਤਾਂ ਫੰਡਾਮੈਂਟਲ ਹੈ ਹੀ ਨਹੀਂ ਹੈ। ਸੋ ਅਸੀਂ ਬੈਂਡ 7 ਤੇ ਕਿਵੇਂ ਪਹੁੰਚ ਸਕਦੇ ਹੈਗੇ ਆ। ਸੋ ਉਹ ਐਕਚੁਅਲੀ ਇੱਕ ਬਿਗ ਜੰਪ ਲਗਾਉਣੇ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹ ਕੀ ਕਰਦੇ ਕਿ ਸਾਰਾ ਕੁਝ ਮੈਸਅਪ ਹੋ ਜਾਂਦਾ ਉਸ ਚੱਕਰ ਦੇ ਵਿੱਚ। ਸੋ ਸਾਨੂੰ ਸਭ ਤੋਂ ਪਹਿਲਾਂ ਅਗਰ ਬੈਂਡ 4 ਤੇ ਹੈ ਤਾਂ ਸਾਨੂੰ ਬੈਂਡ 5 ਲੈਵਲ ਦੀ ਸਕਿੱਲਸ ਨੂੰ ਸਿੱਖਣਾ ਪਏਗਾ, ਉਹਨਾਂ ਨੂੰ ਪ੍ਰੈਕਟਿਸ ਕਰਨੀ ਪਏਗੀ। ਦੈਨ ਸਾਨੂੰ ਬੈਂਡ 6 ਦੇ ਸਕਿੱਲਸ ਨੂੰ ਸਿੱਖਣਾ ਪਏਗਾ ਔਰ ਉਹਨਾਂ ਨੂੰ ਪ੍ਰੈਕਟਿਸ ਕਰਨੀ ਪਏਗੀ। ਦੈਨ ਸਾਨੂੰ ਬੈਂਡ 7 ਦੇ ਸਕਿੱਲਸ ਉੱਤੇ ਅਸੀਂ ਸ਼ਿਫਟ ਹੋਵਾਂਗੇ ਔਰ ਉਹਨਾਂ ਨੂੰ ਪ੍ਰੈਕਟਿਸ ਕਰਾਂਗੇ। ਉਸ ਤੋਂ ਬਾਅਦ 'ਚ ਜਦੋਂ ਤੁਸੀਂ ਐਗਜ਼ਾਮ ਭਰੋਗੇ ਨਾ ਤਾਂ ਤੁਹਾਡਾ ਐਗਜ਼ਾਮ ਕਿਸੇ ਵੀ ਹਾਲਤ 'ਚ ਇੱਦਾਂ ਨਹੀਂ ਕਿ ਕਲੀਅਰ ਨਹੀਂ ਹੋਏਗਾ। ਸੈਕਿੰਡ ਜਿਹੜਾ ਹੈਗਾ ਨਾ ਉਹ ਪ੍ਰੋਬਲਮ ਕੀ ਹੁੰਦੀ ਹੈਗੀ ਕਿ ਜਿਹੜੇ ਪੰਜਾਬੀ ਮੀਡੀਅਮ ਤੋਂ ਸਟੂਡੈਂਟ ਸੋ ਦੇ ਟਰਾਈ ਦੇਅਰ ਲੱਕ, ਸੋ ਉਹ ਆਪਣੀ ਕਿਸਮਤ ਨੂੰ ਅਜ਼ਮਾਉਂਦੇ ਹੈਗੇ ਆ। ਦੇਖੋ ਇਹਦੇ ਵਿੱਚ ਸਟੂਡੈਂਟ ਦੀ ਕੋਈ ਗਲਤੀ ਨਹੀਂ ਹੁੰਦੀ ਹੈਗੀ। ਸੋ ਪ੍ਰੈਕਟਿਸ ਕਰਦੇ ਆ 2-3 ਮਹੀਨੇ, 3 ਮਹੀਨੇ ਦਾ ਇੱਕ ਸਟੈਂਡਰਡ ਜਿਹਾ ਫਾਰਮੈਟ ਬਣ ਚੁੱਕਿਆ ਕਿ ਇਹ 3 ਮਹੀਨੇ ਦੀ ਕੋਚਿੰਗ ਹੈ ਔਰ ਉਸ ਤੋਂ ਬਾਅਦ ਐਗਜ਼ਾਮ ਤੋਂ ਕਲੀਅਰ ਹੋ ਜਾਏਗਾ, ਜਦ ਕਿ ਇਹ ਬਿਲਕੁਲ ਵੀ ਟਰੂ ਨਹੀਂ ਹੈਗਾ। ਸੋ ਇੱਦਾਂ ਨਹੀਂ ਹੈਗਾ। ਇੱਦਾਂ ਵੀ ਹੋ ਸਕਦਾ ਕਿ ਕੋਈ ਕੈਂਡੀਡੇਟ 10 ਦਿਨਾਂ ਦੇ ਵਿੱਚ ਐਗਜ਼ਾਮ ਨੂੰ ਕਲੀਅਰ ਕਰ ਲਵੇ, ਕੋਈ ਕੈਂਡੀਡੇਟ ਹੋ ਸਕਦਾ ਕਿ 10 ਹਫ਼ਤਿਆਂ 'ਚ ਕਲੀਅਰ ਕਰੇ ਔਰ ਕੋਈ ਕੈਂਡੀਡੇਟ ਹੋ ਸਕਦਾ ਕਿ 10 ਮਹੀਨਿਆਂ ਦੇ ਵਿੱਚ ਕਲੀਅਰ ਕਰੇ। ਬਟ ਗੱਲ ਹੈਗੀ ਕਿ ਐਗਜ਼ਾਮ ਇੱਕੋ ਵਾਰ ਦੇਣਾ ਹੈਗਾ, ਦੂਸਰੀ ਵਾਰ ਐਗਜ਼ਾਮ ਬਿਲਕੁਲ ਵੀ ਨਹੀਂ ਦੇਣਾ। ਸੋ ਲੇਕਿਨ ਸਟੂਡੈਂਟ ਕੀ ਕਰਦੇ ਕਿ 3 ਮੰਥ ਦੀ ਕੋਚਿੰਗ ਲੈਂਦੇ ਹੈਗੇ ਔਰ ਉਸ ਤੋਂ ਬਾਅਦ 'ਚ ਆਪਣੇ ਲੱਕ ਟਰਾਈ ਕਰਦੇ ਬਿਕੋਜ਼ ਈਵਨ ਦੇ ਡੋਂਟ ਨੋ ਕਿ ਬੈਂਡ 7 ਕਦੋਂ ਆਉਣਗੇ, ਕਿਸ ਤਰ੍ਹਾਂ ਦੀ ਰਾਈਟਿੰਗ ਦਾ, ਕਿਸ ਤਰ੍ਹਾਂ ਦੀ ਸਪੀਕਿੰਗ ਦਾ, ਕਿਸ ਤਰ੍ਹਾਂ ਦੇ ਰੀਡਿੰਗ ਔਰ ਲਿਸਨਿੰਗ ਸਕਿੱਲਸ ਦੇ ਬੈਂਡ 7 ਮਿਲਦੇ ਹੈਗੇ। ਉਹ ਤਾਂ ਕੰਟੀਨਿਊਸਲੀ ਪ੍ਰੈਕਟਿਸ ਕਰਦੇ ਰਹਿੰਦੇ ਹੈਗੇ ਆ ਐਂਡ ਈਵਨ ਕਈ ਵਾਰ ਕੀ ਹੁੰਦਾ ਕਿ ਸਟੂਡੈਂਟ ਦੇ 18-19 ਨੰਬਰ ਆ ਰਹੇ ਹੁੰਦੇ ਆ ਪ੍ਰੈਕਟਿਸ ਸਿਸਟਮ, ਬਟ ਉਹ ਐਗਜ਼ਾਮ ਭਰ ਦਿੰਦਾ, ਟਰਾਈ ਕਰਦਾ ਕਿ ਸ਼ਾਇਦ 'ਚ 23 ਆ ਜਾਣ। ਇੱਦਾਂ ਕਦੇ ਵੀ ਨਹੀਂ ਹੋਏਗਾ। ਐਗਜ਼ਾਮ ਇੰਨਾ ਵੈਲ ਡਿਜ਼ਾਈਨਡ ਐਗਜ਼ਾਮ ਹੈਗਾ। ਹਾਊਐਵਰ ਕੁਛ ਸਟੂਡੈਂਟ ਅਗਰ ਨੌਨ ਕੈਂਬਰਿਜ ਦੀਆਂ ਬੁੱਕਸ ਨੂੰ ਫੋਲੋ ਕਰ ਰਹੇ ਜੋ ਕਿ ਕੈਂਬਰਿਜ ਨੇ ਨਹੀਂ ਪਬਲਿਸ਼ ਕੀਤੀਆਂ, ਸੋ ਦੈਟ ਇਜ਼ ਅ ਸਿੰਪਲ ਥਿੰਗ। ਅਗਰ ਉਸ ਬੁੱਕ ਦੇ ਉੱਤੇ ਕੈਂਬਰਿਜ ਵਰਡ ਲਿਖਿਆ ਤਾਂ ਮਤਲਬ ਇਹ ਨਹੀਂ ਕੋਈ ਕੈਂਬਰਿਜ ਨੇ ਪਬਲਿਸ਼ ਕੀਤੀ ਹੈਗੀ ਹੈ। ਕੈਂਬਰਿਜ ਪ੍ਰਿੰਟਿੰਗ ਪ੍ਰੈਸ ਔਰ ਕੈਂਬਰਿਜ ਯੂਨੀਵਰਸਿਟੀ ਨੇ ਜਿਹੜੀਆਂ ਬੁੱਕਸ ਪਬਲਿਸ਼ ਕੀਤੀਆਂ ਜੋ ਕਿ ਓਫੀਸ਼ੀਅਲ ਗਾਈਡ ਆਫ ਆਇਲਸ ਐਂਡ ਆਇਲਸ 1 to 18, ਹਾਲਾਂਕਿ 1 to 7 ਕਾਫੀ ਓਲਡ ਫਾਰਮੈਟ ਹੈ, ਉਹਨੂੰ ਇਗਨੋਰ ਕਰ ਸਕਦੇ ਹਾਂ। ਆਇਲਸ 8 to ਆਇਲਸ 18, ਸੋ ਦੇਰ ਆਰ 11 ਬੁੱਕਸ। ਸੋ ਉਹਨਾਂ ਬੁੱਕਸ ਨੂੰ ਹੀ ਫੋਲੋ ਕਰਨਾ ਹੈਗਾ, ਇਸ ਤੋਂ ਇਲਾਵਾ ਹੋਰ ਕੁਛ ਨਹੀਂ ਫੋਲੋ ਕਰਨਾ। ਦਾ ਪ੍ਰੋਬਲਮ ਇਜ਼ ਦੈਟ ਕਿ ਕਿਉਂ ਕਰਾਉਂਦੇ ਹੈਗੇ, ਅਗੇਨ ਇਸ ਦੇ ਵਿੱਚ ਕੀ ਹੋਏਗਾ ਕਿ ਉਹ ਕੋਚਿੰਗ ਸੈਂਟਰਸ ਦੇ ਵਿੱਚ ਟੈਸਟ ਇਜ਼ ਦਾ ਪਿਓਰਿਟੀ। ਸੋ ਉਹ ਟੈਸਟ ਨੂੰ ਪਿਓਰਿਟੀ ਦਿੰਦੇ ਹੈਗੇ ਕਿ ਟੈਸਟ ਕਰਵਾਓ, ਜ਼ਿਆਦਾ ਤੋਂ ਜ਼ਿਆਦਾ ਕਰਵਾਓ। ਕਈ ਸੈਂਟਰਸ ਇੱਕ ਟੈਸਟ ਕਰਵਾਉਂਦੇ ਆ, ਕਈ 2 ਕਰਵਾਉਂਦੇ, ਕਈ 3 ਕਰਵਾਉਂਦੇ। ਕੈਂਡੀਡੇਟ ਡਿਮਾਂਡ ਕਰਦੇ ਕਿ ਅਸੀਂ ਜ਼ਿਆਦਾ ਟੈਸਟ ਕਰਨੇ ਆ, ਪਰ ਜ਼ਿਆਦਾ ਟੈਸਟ ਕਰਨੇ ਦੇ ਨਾਲ ਤੁਹਾਡੇ ਸਕਿੱਲਸ ਇੰਪਰੂਵ ਬਹੁਤ ਸਲੋ ਹੁੰਦੇ ਹੈਗੇ ਆ, ਬਹੁਤ ਥੋੜ੍ਹੇ ਹੁੰਦੇ ਹੈਗੇ ਆ ਔਰ ਜੋ ਕਿ ਸਾਡੇ ਬੈਂਡ 7 ਲੈਵਲ ਦੇ ਤਾਂ ਕਦੇ ਵੀ ਨਹੀਂ ਪਹੁੰਚ ਸਕਦੇ ਹੈਗੇ। ਨੌਨ ਕੈਂਬਰਿਜ ਟੈਸਟ ਤਾਂ ਬਿਲਕੁਲ ਵੀ ਨਹੀਂ ਪਹੁੰਚ ਸਕਦੇ ਆ। ਨੌਨ ਕੈਂਬਰਿਜ ਟੈਸਟ ਤਾਂ ਬਿਲਕੁਲ ਨਾ ਕਰੋ। ਅਗਰ ਸਕੋਰ ਘੱਟ ਕਰਨੇ ਹੈਗੇ ਤਾਂ ਨੌਨ ਕੈਂਬਰਿਜ ਟੈਸਟ ਨੂੰ ਫੋਲੋ ਕਰੋ। ਈਵਨ ਸਪੀਕਿੰਗ ਔਰ ਰਾਈਟਿੰਗ ਦੇ ਕੁਐਸਚਨਸ ਇੰਨੇ ਪੂਅਰਲੀ ਡਿਜ਼ਾਈਨਡ ਹੁੰਦੇ ਹੈਗੇ ਨੌਨ ਕੈਂਬਰਿਜ ਬੁੱਕਸ ਦੇ ਵਿੱਚ ਕਿ ਉਹਨਾਂ ਨੂੰ ਵੀ ਫੋਲੋ ਕਰਨਾ ਤੁਹਾਡੇ ਲਈ ਡੇਂਜਰਸ ਹੀ ਹੁੰਦਾ ਹੈਗਾ। ਉਹ ਕੋਈ ਵੀ ਤੁਹਾਡੇ ਸਕੋਰ ਦੇ ਵਿੱਚ ਕੁਝ ਨਹੀਂ ਐਡ ਕਰਦੇ ਹੈਗੇ। ਸੋ ਬੇਸਿਕਲੀ ਲੱਕ ਨਹੀਂ ਟਰਾਈ ਕਰਨਾ ਹੈਗਾ ਔਰ ਕੈਂਬਰਿਜ ਟੈਸਟ ਸੀਰੀਜ਼ ਦੀ ਨੂੰ ਹੀ ਫੋਲੋ ਕਰਨਾ ਹੈਗਾ। ਸੋ ਨੈਕਸਟ ਪੁਆਇੰਟ ਮੈਂ ਹੁਣ ਕਵਰ ਕਰ ਹੀ ਦਿੱਤਾ ਹੈਗਾ, ਰੋਂਗ ਮਟੀਰੀਅਲ। ਹੁਣ ਇਹਦੇ ਵਿੱਚ ਕੀ ਹੋਗਾ ਕਿ ਰੈਦਰ ਦੈਨ ਰੀਡਿੰਗ ਫਰੋਮ ਦਾ ਨਿਊਜ਼ਪੇਪਰ ਵੈਬਸਾਈਟ ਲਾਈਕ ਗਾਰਡੀਅਨ ਨਿਊਜ਼ ਮੈਂ ਨੋਰਮਲੀ ਰეკਮੈਂਡ ਕਰਦਾ ਹੈਗਾ, ਸਟੂਡੈਂਟਸ ਐਸੇਸ ਨੂੰ ਪੜ੍ਹਨੇ ਤੇ ਉੱਤੇ ਜ਼ਿਆਦਾ ਫੋਕਸ ਕਰਦੇ। ਸੋ ਉਹ ਕੀ ਕਰਦੇ, ਗੂਗਲ 'ਤੇ ਜਾਂਦੇ ਹੈਗੇ, ਦੇ ਟਾਈਪ ਰਾਈਟਿੰਗ ਟਾਸਕ 2 ਸੈਂਪਲਸ। ਸੋ ਉਹਦੇ ਵਿੱਚ ਕੀ ਹੋਏਗਾ ਕਿ ਕੁਛ ਵੈਬਸਾਈਟ ਤੁਹਾਡੇ ਕੋਲ ਆਉਂਦੀਆਂ ਹੈਗੀਆਂ ਜਿਨ੍ਹਾਂ ਉੱਤੇ ਕਿ
ਸੈਂਪਲਸ ਅਵੇਲੇਬਲ ਹੁੰਦੇ ਆ। ਬਟ ਕੋਈ ਵੀ ਪਰਸਨ ਵੈਬਸਾਈਟ ਬਣਾ ਸਕਦਾ ਹੈਗਾ, ਉੱਤੇ ਕੁਛ ਵੀ ਲਿਖ ਕੇ ਪਾ ਸਕਦਾ ਹੈਗਾ। ਸੋ ਔਥੈਂਟੀਕੇਟਡ ਹੈ ਜਾਂ ਨਹੀਂ ਹੈਗਾ ਤੁਹਾਡੇ ਲਈ ਪਹਿਚਾਨਣਾ ਬੜਾ ਮੁਸ਼ਕਿਲ ਹੈ, ਕਿਉਂਕਿ ਤੁਸੀਂ ਲਰਨਿੰਗ ਫੇਜ਼ 'ਚ ਤੁਸੀਂ ਲੈਂਗੁਏਜ ਨੂੰ ਸਿੱਖ ਰਹੇ ਹੋ। ਬਟ ਹੁੰਦਾ ਕੀ ਹੈ ਕਿ ਰੋਂਗ ਰਿਟਨ ਐਸੇਸ ਜਿਹੜੇ ਹੈਗੇ ਆ, ਉਹ ਤੁਸੀਂ ਕੀ ਕਰਦੇ ਹੋ ਕਿ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਹੋ, ਤਾਂ ਤੁਸੀਂ ਇੱਕ ਰੋਂਗ ਫਾਰਮ ਆਫ ਗ੍ਰਾਮਰ ਸਿੱਖ ਲੈਂਦੇ ਹੋ, ਜੋ ਕਿ ਇੱਕ ਪ੍ਰੋਬਲਮ ਹੈ। ਠੀਕ ਹੈ ਨਾ। ਸੋ ਉਹ ਪ੍ਰੋਬਲਮ ਜਿਹੜੀ ਹੈਗੀ ਆ ਉਹ ਕਾਫੀ ਜ਼ਿਆਦਾ ਵੱਡੀ ਹੋ ਜਾਂਦੀ ਹੈ, ਜਦੋਂ ਤੁਸੀਂ ਉਹ ਚੀਜ਼ਾਂ ਨੂੰ ਬਾਰ-ਬਾਰ ਪ੍ਰੈਕਟਿਸ ਕਰਕੇ ਆਪਣੀ ਡੇਲੀ ਲੈਂਗੁਏਜ ਯੂਸੇਜ ਦੀ ਹੈਬਿਟ ਬਣਾ ਲੈਂਦੇ ਹੋ। ਠੀਕ ਹੈ ਨਾ। ਇੱਕ ਐਗਜ਼ਾਮਪਲ ਦਿੰਦਾ, ਸਟੂਡੈਂਟ ਨੋਰਮਲੀ ਮੈਂ ਦੇਖਿਆ ਹੈਗਾ ਵੇਅਰ ਐਜ਼ ਏ ਡਿਸਕੋਰਸ ਮਾਰਕਰ ਯੂਜ਼ ਕਰਦੇ ਹੈਗੇ ਆ, ਲੇਕਿਨ ਵੇਅਰ ਐਜ਼ ਇੱਕ ਕੰਜੰਕਸ਼ਨ ਹੈ। ਸੈਕਿੰਡ, ਵੇਅਰ ਐਜ਼ ਤੋਂ ਬਾਅਦ ਵਿੱਚ, ਵਾਈਲ ਤੋਂ ਬਾਅਦ ਵਿੱਚ, ਆਲਦੋ ਤੋਂ ਬਾਅਦ 'ਚ, ਬਿਕੋਜ਼ ਤੋਂ ਬਾਅਦ ਵਿੱਚ ਕੌਮਾ ਯੂਜ਼ ਕਰਦੇ ਆ, ਬਟ ਕੌਮਾ ਨਹੀਂ ਯੂਜ਼ ਹੁੰਦਾ, ਬਹੁਤ ਹੀ ਰੇਅਰ ਐਕਸੈਪਸ਼ਨ ਦੇ ਵਿੱਚ ਕੌਮਾ ਯੂਜ਼ ਹੁੰਦਾ ਹੈਗਾ। ਸਟੂਡੈਂਟ ਬਟ ਤੋਂ ਸੈਂਟੈਂਸ ਸਟਾਰਟ ਕਰਦੇ ਆ, ਲੇਕਿਨ ਮੋਸਟ ਆਫ ਦਾ ਟਾਈਮ ਇਹ ਅਵੋਇਡ ਕਰਨ ਨੂੰ ਕਿਹਾ ਜਾਂਦਾ ਹੈਗਾ। ਸੋ ਦੀਜ਼ ਆਰ ਦਾ ਸਮ ਕਾਮਨ ਮਿਸਟੇਕਸ, ਲੇਕਿਨ ਹੋਰ ਵੀ ਬਹੁਤ ਸਾਰੀਆਂ ਮਿਸਟੇਕਸ ਹੈ ਜਿਨ੍ਹਾਂ ਨੂੰ ਸਟੂਡੈਂਟ ਪ੍ਰੈਕਟਿਸ ਕਰਦੇ ਹੈਗੇ ਆ। ਠੀਕ ਹੈ। ਰੀਜ਼ਨ ਆਫ ਲਿਖਦੇ ਆ, ਰੀਜ਼ਨ ਫॉर ਜਾਂ ਰੀਜ਼ਨ ਬਿਹਾਈਂਡ ਹੋਏਗਾ ਵਰਡ। ਠੀਕ ਹੈ ਨਾ। ਸੋ ਇਸ ਤਰ੍ਹਾਂ ਦੇ ਐਰਰਸ ਜਿਹੜੇ ਹੈਗੇ ਆ, ਜੋ ਕਿ ਬਹੁਤ ਛੋਟੇ ਛੋਟੇ ਐਰਰਸ ਹੁੰਦੇ ਹੈਗੇ ਆ, ਉਹ ਤੁਹਾਡੇ ਓਵਰਆਲ ਐਸੇ ਰਾਈਟਿੰਗ, ਸਪੀਕਿੰਗ, ਉਹਨੂੰ ਡਿਸਟਰਬ ਕਰ ਰਹੇ ਹੈਗੇ ਆ, ਔਰ ਤੁਹਾਡੇ ਉਸ ਦੇ ਵਿੱਚ ਸਕੋਰ ਘੱਟ ਹੋਣਗੇ। ਠੀਕ ਹੈ ਨਾ। ਸੋ ਰੋਂਗ ਮਟੀਰੀਅਲ ਇਜ਼ ਦਾ ਪ੍ਰੋਬਲਮ। ਦੈਨ ਨੈਕਸਟ ਜਿਹੜੀ ਇਸ਼ੂ ਆਉਂਦਾ ਹੈਗਾ ਉਹ ਹੋਏਗਾ, ਪ੍ਰੈਕਟਿਸ ਟੈਸਟ ਕਰਨੇ ਤੋਂ ਪਹਿਲਾਂ ਸਕਿੱਲਸ ਨੂੰ ਡਿਵੈਲਪ ਨਹੀਂ ਕਰਨਾ। ਸੋ ਆਪਾਂ ਰੀਡਿੰਗ ਐਗਜ਼ਾਮਪਲ ਲੈਂਦੇ, ਕਿਉਂਕਿ ਰੀਡਿੰਗ ਦੇ ਵਿੱਚ ਸਟੂਡੈਂਟ ਕਾਫੀ ਜ਼ਿਆਦਾ ਸਟਰਗਲ ਕਰਦੇ ਹੈਗੇ। ਸੋ ਰੀਡਿੰਗ ਪ੍ਰੈਕਟਿਸ, ਹੁਣ ਇੱਥੇ ਰੀਡਿੰਗ ਪ੍ਰੈਕਟਿਸ ਦੀ ਜਿਹੜਾ ਹੈਗਾ ਨਾ, ਉਹ ਮੈਂ ਪੜ੍ਹਨੇ ਦੀ ਪ੍ਰੈਕਟਿਸ ਦੀ ਗੱਲ ਕਰ ਰਿਹਾ, ਟੈਸਟ ਪੇਪਰ ਦੀ ਪ੍ਰੈਕਟਿਸ ਦੀ ਗੱਲ ਨਹੀਂ ਕਰ ਰਿਹਾ। ਸੋ ਰੀਡਿੰਗ ਪ੍ਰੈਕਟਿਸ ਕਰਨੀ ਹੈ, ਪੜ੍ਹਨੇ ਦੀ ਪ੍ਰੈਕਟਿਸ ਕਰਨੀ ਹੈਗੀ ਆ, ਔਰ ਦੈਨ ਉਸ ਨੂੰ ਅਸੀਂ ਆਪਣੇ ਟੈਸਟ ਦੇ ਵਿੱਚ ਚੈੱਕ ਕਰਨਾ ਹੈਗਾ ਕਿ ਮੇਰੇ ਕਿੰਨਾ ਅੱਜ ਲੈਵਲ ਹੈਗਾ। ਸੋ ਲੇਕਿਨ ਰੀਡਿੰਗ ਪ੍ਰੈਕਟਿਸ ਕਰਨ ਵਾਸਤੇ ਕੁਝ ਸਾਨੂੰ ਸਕਿੱਲਸ ਦੀ ਰਿਕੁਆਇਰਮੈਂਟ ਹੋਏਗੀ, ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਹੈਗੇ ਆ, ਤੁਹਾਨੂੰ ਆਪਣੀ ਕਮੀਆਂ ਪਤਾ ਹੋਣੀਆਂ ਚਾਹੀਦੀਆਂ ਹੈਗੀਆਂ, ਉਹਨਾਂ 'ਤੇ ਵਰਕਆਊਟ ਕਰੋ, ਬਹੁਤ ਸਾਰਾ ਕੰਟੈਂਟ ਰੀਡ ਕਰੋ, ਔਰ ਉਹ ਕੰਟੈਂਟ ਰੀਡਿੰਗ ਜਿਹੜੀ ਹੈਗੀ ਆ ਉਹ ਤੁਹਾਡੇ ਨੈਕਸਟ ਰੀਡਿੰਗ ਟੈਸਟ ਦੇ ਵਿੱਚ ਤੁਹਾਡੇ ਸਕੋਰ ਨੂੰ ਇਨਕਰੀਜ਼ ਕਰੇਗੀ। ਬਟ ਇਹ 2 ਰੀਡਿੰਗ ਟੈਸਟ ਦੇ ਵਿੱਚ ਐਟਲੀਸਟ 3 ਜਾਂ 4 ਦਿਨ ਦਾ ਗੈਪ ਹੋਣਾ ਚਾਹੀਦਾ ਹੈਗਾ। ਬਟ ਅਸੀਂ ਕੀ ਕਰ ਰਹੇ ਹਾਂ, ਅਸੀਂ ਰੋਜ਼ ਟੈਸਟ ਕਰ ਰਹੇ ਹਾਂ, 2-2 ਟੈਸਟ ਕਰ ਰਹੇ ਹੈਗੇ ਆ। ਸੋ ਸਾਡਾ ਧਿਆਨ rather than developing the skills, finding the answer ਵੱਲ ਜ਼ਿਆਦਾ ਚਲੇ ਜਾਂਦਾ ਹੈ। ਸੋ ਆਨਸਰ ਫਾਈਂਡ ਕਰਨ ਵਾਸਤੇ ਨੋਰਮਲੀ ਸਟੂਡੈਂਟਸ ਟਿਪਸ ਐਂਡ ਟ੍ਰਿਕਸ ਵਰਤਦੇ ਆ। ਮੋਸਟ ਆਫ ਦਾ ਟਾਈਮ ਟਿਪਸ ਐਂਡ ਟ੍ਰਿਕਸ ਬਹੁਤ ਹੀ ਜ਼ਿਆਦਾ ਡੇਂਜਰਸ ਹੋ ਜਾਂਦੇ ਹੈਗੇ ਆ, ਕਿਉਂਕਿ ਜਿਹੜਾ ਵੀ ਪਰਸਨ ਤੁਹਾਨੂੰ ਟਿਪਸ ਐਂਡ ਟ੍ਰਿਕਸ ਨੂੰ ਅਪਲਾਈ ਕਰਨਾ ਦੱਸ ਰਿਹਾ ਹੈਗਾ, ਉਸ ਨੂੰ ਆਨਸਰ ਪਤਾ ਹੈ, ਲੇਕਿਨ ਜਦੋਂ ਤੁਸੀਂ ਉਹੀ ਟਿਪ ਐਂਡ ਟ੍ਰਿਕ ਆਪਣੇ ਐਗਜ਼ਾਮ 'ਚ ਯੂਜ਼ ਕਰਨਾ ਹੈ, ਪ੍ਰੈਕਟਿਸ ਟੈਸਟ ਦੇ ਵਿੱਚ ਯੂਜ਼ ਕਰਨਾ ਹੈ, ਉਸ ਟਾਈਮ ਤੁਹਾਨੂੰ ਆਨਸਰ ਨਹੀਂ ਪਤਾ ਹੈਗਾ। ਉਹ ਆਨਸਰ ਤੋਂ ਟਿਪ ਐਂਡ ਟ੍ਰਿਕ ਡਿਵੈਲਪ ਕੀਤਾ ਹੁੰਦਾ ਹੈਗਾ, ਉਹ ਟ੍ਰਿਕ ਜਿਹੜਾ ਹੈਗਾ ਡਿਵੈਲਪ ਕੀਤਾ ਹੁੰਦਾ ਹੈਗਾ, ਲੇਕਿਨ ਤੁਹਾਡੇ ਨੂੰ ਤਾਂ ਆਨਸਰ ਹੀ ਨਹੀਂ ਪਤਾ। ਸੋ ਉਹ ਜ਼ਿਆਦਾਤਰ ਟਾਈਮ ਦੇ ਉੱਤੇ ਉਹ ਚੀਜ਼ ਫੇਲੀਅਰ ਦੀ ਤਰ੍ਹਾਂ ਵਰਕ ਕਰਦੀ ਹੈ। ਠੀਕ ਹੈ। ਐਂਡ 3, 4, 5 ਬੈਂਡ ਤੱਕ ਅਗਰ ਉਹ ਵਰਕ ਕਰ ਵੀ ਗਏ ਤਾਂ ਮੈਨੂੰ ਲੱਗਦਾ ਹੈ ਕਿ ਉਹ ਤੁਸੀਂ ਪੜ੍ਹ ਕੇ ਵੀ ਆਨਸਰ ਕਰ ਸਕਦੇ ਹੋ। ਲੇਕਿਨ ਕੋਈ ਵੀ ਪਰਸਨ ਜਿਹੜਾ ਹੈਗਾ ਨਾ, ਉਹ ਰੀਡਿੰਗ ਸਕਿੱਲਸ ਨੂੰ ਇੰਪਰੂਵ ਕਰਨ ਵਾਸਤੇ ਨਹੀਂ ਕਰਦਾ। ਰੀਡਿੰਗ 'ਚ ਕਿਵੇਂ ਆਪਾਂ ਆਪਣੀ ਮਹਾਰਤ ਲੈ ਕੇ ਆ ਸਕਦੇ ਹੈਗੇ ਆ, ਕਿਸ ਤਰ੍ਹਾਂ ਅਸੀਂ ਰੀਡਿੰਗ ਸਕਿੱਲਸ ਦੇ ਵਿੱਚ ਬੈਟਰ ਹੋ ਸਕਦੇ ਹਾਂ, ਇਸ ਦੇ ਉੱਤੇ ਕੋਈ ਕੰਮ ਨਹੀਂ ਕਰਦਾ ਹੈਗਾ। ਸੋ ਸਕਿੱਲਸ ਦੇ ਉੱਤੇ ਵਰਕਆਊਟ ਕਰੋ, ਤੁਹਾਡੇ ਨੰਬਰ ਡੈਫੀਨੇਟਲੀ ਆਉਣਗੇ। ਟੈਸਟ ਪ੍ਰੈਕਟਿਸ 'ਤੇ ਨਹੀਂ, ਟੈਸਟ ਤਾਂ ਐਂਡ ਮੂਵਮੈਂਟ ਹੈ। ਇੱਕ ਪ੍ਰੈਕਟਿਸ ਕੀਤੀ, ਸਕਿੱਲਸ ਨੂੰ ਡਿਵੈਲਪ ਕੀਤਾ, ਫਿਰ ਚੈੱਕ ਕਰਨ ਵਾਸਤੇ ਟੈਸਟ ਦੇਈਦਾ ਹੁੰਦਾ ਹੈ। ਓਕੇ। ਸੋ ਨੈਕਸਟ ਆ ਜਾਓ, ਸਟੂਡੈਂਟ ਜਿਹੜੇ ਹੈਗੇ ਆ ਉਹ ਗ੍ਰਾਮਰ ਦੇ ਉੱਤੇ ਫੋਕਸ ਕਰਦੇ ਆ। ਬਟ ਸਿਰਫ ਮੈਨੂੰ ਇੱਕ ਗੱਲ ਦੱਸੋ, ਅਗਰ ਤੁਸੀਂ ਗ੍ਰਾਮਰ ਸਿੱਖੀ ਹੈਗੀ ਆ, ਕਿ ਗ੍ਰਾਮਰ ਸਿੱਖ ਕੇ ਤੁਸੀਂ ਇੰਗਲਿਸ਼ ਬੋਲਣ ਲੱਗ ਪਏ ਔਰ ਇੰਗਲਿਸ਼ ਲਿਖਣ ਲੱਗ ਪਏ? ਆਨਸਰ ਹੋਏਗਾ ਨੋ। ਕਿਆ ਤੁਸੀਂ ਗ੍ਰਾਮਰ ਜਿਹੜੀ ਹੈਗੀ ਆ ਉਹ ਸਿੱਖਣ ਤੋਂ ਬਾਅਦ ਵਿੱਚ ਜੋ ਤੁਸੀਂ ਪੜ੍ਹਿਆ ਔਰ ਜੋ ਤੁਸੀਂ ਸੁਣਿਆ ਤੁਹਾਨੂੰ ਸਮਝ ਲੱਗਣੀ ਸ਼ੁਰੂ ਹੋ ਗਈ? ਮੋਸਟ ਆਫ ਦਾ ਟਾਈਮ ਆਨਸਰ ਹੋਏਗਾ ਨੋ।
ਠੀਕ ਹੈ ਨਾ। ਫਿਰ ਆਪਾਂ ਗ੍ਰਾਮਰ ਕਿਉਂ ਸਿੱਖ ਰਹੇ ਹੈਗੇ। ਸੋ ਪਹਿਲਾਂ ਤਾਂ ਇਹੀ ਕੁਐਸਚਨ ਨਹੀਂ ਕਲੀਅਰ ਹੁੰਦਾ ਕਿ ਅਸੀਂ ਗ੍ਰਾਮਰ ਕਿਉਂ ਸਿੱਖ ਰਹੇ ਹਾਂ। ਗ੍ਰਾਮਰ ਡੈਫੀਨੇਟਲੀ ਸਿੱਖਣੀ ਹੈ, ਪਰ ਸਿਰਫ ਉਨੀ ਹੀ ਸਿੱਖਣੀ ਹੈ ਜੋ ਕਿ ਆਇਲਸ ਵਾਸਤੇ ਰਿਕੁਆਇਰਡ ਹੈ, ਜੋ ਕਿ ਬਹੁਤ ਥੋੜੀ ਹੈ। ਦੇਰ ਆਰ ਓਨਲੀ 7 ਗ੍ਰਾਮਰ ਰੂਲਸ ਵਿਚ ਯੂ ਨੀਡ ਟੂ ਲਰਨ ਐਂਡ ਯੂ ਨੀਡ ਟੂ ਅਪਲਾਈ। 99% ਆਫ ਯੋਰ ਆਇਲਸ ਕਵਰ ਹੋ ਜਾਏਗਾ। ਆਈ ਥਿੰਕ ਦੈਟ ਇਜ਼ ਅ ਗੁੱਡ ਸਾਈਨ। ਓਕੇ, ਸੋ ਲੇਕਿਨ ਹੁੰਦਾ ਕੀ ਹੈ ਕਿ ਸਟੂਡੈਂਟ ਗ੍ਰਾਮਰ ਦੇ ਹਰ ਚੀਜ਼ ਵੱਲ, ਹਰ ਟਰਮਸ ਵੱਲ, ਸਾਰੀ ਚੀਜ਼ਾਂ ਵੱਲ ਫੋਕਸ ਕਰਦੇ ਹੈਗੇ, ਔਰ ਉਹ ਇੱਕ ਪ੍ਰੋਬਲਮ ਵਾਲੀ ਗੱਲ ਹੋ ਜਾਂਦੀ ਹੈ। ਠੀਕ ਹੈ, ਔਰ ਮਾਈਂਡ 'ਤੇ ਸਟ੍ਰੈਸ ਵੀ ਵੱਧਦਾ ਹੈਗਾ। ਨਹੀਂ, ਗ੍ਰਾਮਰ ਆਪਾਂ ਬਹੁਤ ਥੋੜ੍ਹੀ ਜਿਹੀ ਸਿੱਖਣੀ ਹੈ। ਸੈਕਿੰਡ, ਸਿੱਖਣ ਦਾ ਤਰੀਕਾ। ਕਿਆ ਰੂਲਸ ਯਾਦ ਕਰਨੇ ਆ? ਰੂਲਸ ਯਾਦ ਕਰਨੇ ਨਾਲ ਪ੍ਰੈਜ਼ੈਂਟ ਸਿੰਪਲ ਟੈਂਸ ਦਾ ਰੂਲ ਯਾਦ ਹੋ ਗਿਆ, ਉਹ ਸੈਂਟੈਂਸ ਬਣਾ ਲੈਂਦੇ ਹੋ? ਉਸ ਇੰਨਾ ਟਾਈਮ ਹੁੰਦਾ ਹੈ ਕਿ ਤੁਸੀਂ ਰੂਲ ਨੂੰ ਸੋਚੋ ਫਿਰ ਸੈਂਟੈਂਸ ਬਣਾਵੋ? ਇੱਥੇ ਵੀ ਆਨਸਰ ਹੋਏਗਾ ਨੋ। ਠੀਕ ਹੈ, ਇੱਕ ਚੀਜ਼ ਹੋਰ, ਜਦੋਂ ਤੁਸੀਂ ਲਿਖਦੇ ਹੋ ਜਾਂ ਬੋਲਦੇ, ਰੀਅਲ ਟੈਸਟ ਦੀ ਗੱਲ ਕਰ ਰਿਹਾ ਹੈਗਾ, ਜਾਂ ਤੁਸੀਂ ਜਦੋਂ ਪ੍ਰੈਕਟਿਸ ਟੈਸਟ ਕਰ ਰਹੇ ਹੋ ਉਦੋਂ ਦੀ ਗੱਲ ਕਰ ਰਿਹਾ, ਔਰ ਜਦੋਂ ਤੁਸੀਂ ਸੁਣਦੇ ਹੋ ਜਾਂ ਪੜ੍ਹਦੇ ਹੋ ਉਦੋਂ ਗ੍ਰਾਮਰ ਕੰਸੈਪਟ ਮਾਈਂਡ ਦੇ ਵਿੱਚ ਆਉਂਦੇ ਅੰਡਰਸਟੈਂਡਿੰਗ ਵਾਸਤੇ? ਸੋ ਇੱਥੇ ਵੀ ਆਨਸਰ ਹੋਏਗਾ ਨੋ। ਨਹੀਂ, ਗ੍ਰਾਮਰ ਬਾਰੇ ਤਾਂ ਅਸੀਂ ਬਿਲਕੁਲ ਨਹੀਂ ਸੋਚਦੇ, ਅਸੀਂ ਅੰਡਰਸਟੈਂਡਿੰਗ ਡਾਇਰੈਕਟ ਕਰ ਰਹੇ ਹੈਗੇ। ਸੋ ਗ੍ਰਾਮਰ ਦੀ ਇੰਪੋਰਟੈਂਸ ਜਿਹੜੀ ਹੈਗੀ ਉਹ ਐਗਜ਼ੈਕਟਲੀ ਤੁਹਾਨੂੰ ਸਮਝਣ ਦੀ ਲੋੜ ਹੈਗੀ ਕਿ ਗ੍ਰਾਮਰ ਤੁਹਾਨੂੰ ਲੈਂਗੁਏਜ ਦੀ ਨੌਲੇਜ ਹੈ, ਲੇਕਿਨ ਤੁਸੀਂ ਉਸ ਨੂੰ ਨੌਲੇਜ ਨੂੰ ਯੂਜ਼ ਦੇ ਵਿੱਚ ਕਨਵਰਟ ਕਰਨਾ ਹੈਗਾ, ਤਾਂ ਕਿ ਤੁਸੀਂ ਇੰਗਲਿਸ਼ ਦਾ ਕੁਝ ਵੀ ਸੁਣੋ, ਲਿਖੋ, ਪੜ੍ਹੋ, ਬੋਲੋ, ਉਹ ਤੁਹਾਨੂੰ ਸਮਝ ਲੱਗੇ, ਸਾਹਮਣੇ ਵਾਲਿਆਂ ਨੂੰ ਸਮਝ ਲੱਗੇ। ਠੀਕ ਹੈ ਨਾ। ਸੋ ਗ੍ਰਾਮਰ ਨੂੰ ਇੱਕ ਬਹੁਤ ਹੀ ਡਿਫੀਕਲਟ ਤਰੀਕੇ ਦੇ ਨਾਲ ਕਰਵਾਇਆ ਜਾਂਦਾ ਹੈਗਾ, ਪਹਿਲੀ ਗੱਲ ਇਹ। ਐਂਡ ਸੈਕਿੰਡ, ਗ੍ਰਾਮਰ ਦਾ ਕਰਾਉਣ ਦਾ ਜਿਹੜਾ ਫੰਡਾਮੈਂਟਲ ਹੈਗਾ ਉਹ ਵੀ ਨਹੀਂ ਕਲੀਅਰ ਹੁੰਦਾ। ਇਸ ਕਰਕੇ ਪੰਜਾਬੀ ਮੀਡੀਅਮ ਸਟੂਡੈਂਟਸ ਆਪਣੀ ਪ੍ਰੈਪਰੇਸ਼ਨ ਦੇ ਵਿੱਚ ਪਿੱਛੇ ਰਹਿ ਜਾਂਦੇ ਹੈਗੇ ਆ, ਔਰ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਕਲੀਅਰ ਨਹੀਂ ਹੁੰਦੇ ਹੈਗੇ। ਸੋ ਗ੍ਰਾਮਰ ਨੂੰ ਸਹੀ ਤਰੀਕੇ ਦੇ ਨਾਲ ਕਰਨਾ ਹੈਗਾ। ਸੋ ਲਾਸਟ ਚੀਜ਼ ਆ ਜਾਂਦੀ ਹੈਗੀ ਆ ਵੋਕੈਬਲਰੀ। ਸੋ ਪੰਜਾਬੀ ਸਟੂਡੈਂਟਸ ਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਮੈਨੂੰ ਲੱਗਦਾ ਵੋਕੈਬਲਰੀ ਦੀ ਹੁੰਦੀ ਆ। ਰੋਜ਼ ਹੀ ਕਿੰਨੇ ਸਾਰੇ ਵਰਡਸ ਨੋਟ ਡਾਊਨ ਕਰਦੇ ਹੈਗੇ ਆ, ਬਟ ਅਗਰ ਤੁਸੀਂ ਮੇਰੀ ਮੰਨੋ ਤਾਂ ਤੁਹਾਡੀ ਵੋਕੈਬਲਰੀ ਆਲਰੇਡੀ ਬਹੁਤ ਵਧੀਆ ਹੈਗੀ ਆ, ਔਰ ਉਸ ਵੋਕੈਬਲਰੀ ਨੂੰ ਤੁਸੀਂ ਸਿਰਫ ਔਰ ਸਿਰਫ ਅਪਲਿਫਟ ਕਰਨਾ ਹੈ। ਜੋ ਅਵੇਲੇਬਲ ਵਰਡਸ ਹੈਗੇ ਉਹਨਾਂ ਨੂੰ ਯੂਜ਼ ਕਰਨਾ ਸਿੱਖਣਾ, ਜੋ ਥੋੜ੍ਹੀ ਜਿਹੀ ਕਮੀ ਹੈਗੀ ਉਹਨੂੰ ਪੂਰਾ ਕਰਨਾ ਹੈਗਾ। ਹੁਣ ਇਸ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। 1,70,000 ਅਪਰੋਕਸੀਮੇਟਲੀ ਵਰਡ ਹੈਗੇ ਇੰਗਲਿਸ਼ ਲੈਂਗੁਏਜ 'ਚ, ਜੋ ਕਿ ਪ੍ਰੈਜ਼ੈਂਟ ਮਾਡਰਨ ਵਰਡ ਦੇ ਵਿੱਚ ਯੂਜ਼ ਹੁੰਦੇ ਆ। ਉਹਨਾਂ ਦੇ ਵਿੱਚੋਂ ਸਿਰਫ 20,000 ਵਰਡਸ ਇੱਦਾਂ ਦੇ ਹੈਗੇ ਆ ਜੋ ਕਿ ਇੱਕ ਇੰਗਲਿਸ਼ ਪਰਸਨ ਨੂੰ ਪੂਰੀ ਜ਼ਿੰਦਗੀ ਆਪਣੀ ਲਾਈਫ ਜੀਣ ਵਾਸਤੇ ਜੋ ਸੈਂਟੈਂਸਿਸ ਚਾਹੀਦੇ ਉਹਨਾਂ ਲਈ ਜ਼ਰੂਰੀ, ਸਿਰਫ 20,000। ਔਰ ਉਸ 20,000 ਦੇ ਵਿੱਚੋਂ 3,000 ਵਰਡਸ ਇੱਦਾਂ ਦੇ ਹੈਗੇ ਆ ਜੋ ਕਿ ਪੂਰੇ ਦਿਨ ਦੀ ਡੇ ਟੂ ਡੇ ਕਮਿਊਨੀਕੇਸ਼ਨ ਦਾ 95% ਸੈਂਟੈਂਸਿਸ ਨੂੰ ਕਵਰ ਕਰਦਾ ਹੈ, ਸਿਰਫ 3,000 ਵਰਡ। ਅਸੀਂ ਉਹਨਾਂ 3,000 ਵਰਡਸ ਵੱਲ ਧਿਆਨ ਦੇਣਾ ਹੈਗਾ। ਲਿਸਟ ਆਫ 3,000 ਕਾਮਨਲੀ ਯੂਜ਼ਡ ਵਰਡ, ਇਹ ਗੂਗਲ 'ਤੇ ਲਿਖੋ, ਤੁਹਾਨੂੰ ਕੈਂਬਰਿਜ ਡਿਕਸ਼ਨਰੀ, ਆਕਸਫੋਰਡ ਡਿਕਸ਼ਨਰੀ ਔਰ ਬਹੁਤ ਸਾਰੀਆਂ ਡਿਕਸ਼ਨਰੀ ਨੇ ਲਿਸਟਾਂ ਇਹਨਾਂ ਵਰਡਸ ਦੀਆਂ ਮਿਲ ਜਾਣਗੀਆਂ 3,000 ਵਰਡਸ ਦੀਆਂ। ਔਰ ਜਦੋਂ ਤੁਸੀਂ ਲਿਸਟ ਪੜ੍ਹਨੀ ਸ਼ੁਰੂ ਕਰੋਗੇ ਯੂ ਗੈਟ ਟੂ ਨੋ ਕਿ ਐਕਚੁਅਲ ਦੇ ਵਿੱਚ ਤੁਹਾਨੂੰ 'ਚ ਜ਼ਿਆਦਾਤਰ ਵਰਡਸ ਆਉਂਦੇ ਆ, ਐਂਡ ਦੈਟ ਜ਼ਿਆਦਾਤਰ ਮੀਨਸ 95% ਤੁਹਾਨੂੰ ਵਰਡਸ ਆਉਂਦੇ ਹੋਣਗੇ। ਇਹ ਖੁਦ ਚੈੱਕ ਕਰ ਲਿਓ। ਸੋ ਪੰਜਾਬ ਬੋਰਡ ਵਾਲੇ ਸਟੂਡੈਂਟ ਨਾ ਤਾਂ ਗ੍ਰਾਮਰ 'ਚੋਂ ਵੀਕ ਹੈਗੇ, ਨਾ ਹੀ ਉਹ ਵੋਕੈਬਲਰੀ 'ਚੋਂ ਵੀਕ ਹੈਗੇ, ਸਿਰਫ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਗ੍ਰਾਮਰ ਵੋਕੈਬਲਰੀ 'ਚੋਂ ਵੀਕ ਹੈ। ਇੱਕ ਸਹੀ ਤਰੀਕਾ ਹੋਣਾ ਚਾਹੀਦਾ ਹੈਗਾ। ਐਂਡ ਟੈਸਟ ਦਾ ਨਾਮ ਆਇਲਸ ਆ, ਉਹਦੇ ਵਿੱਚ 4 ਮੋਡਿਊਲਸ ਆ। ਮੋਡਿਊਲਸ ਦਾ ਨਾਮ ਰੀਡਿੰਗ, ਲਿਸਨਿੰਗ, ਰਾਈਟਿੰਗ, ਗ੍ਰਾਮਰ, ਲੇਕਿਨ ਉੱਥੇ ਕਿਤੇ ਵੀ ਰਾਈਟਿੰਗ ਐਂਡ ਸਪੀਕਿੰਗ, ਲੇਕਿਨ ਉੱਥੇ ਕਿਤੇ ਵੀ ਗ੍ਰਾਮਰ ਨਹੀਂ ਲਿਖਿਆ ਹੋਇਆ ਹੈਗਾ। ਠੀਕ ਹੈ, ਵੋਕੈਬਲਰੀ ਨਹੀਂ ਲਿਖਿਆ। these are the tools, try to use this as a tool, not to, nobody ask you to show the tools, everyone asks you to show that your skills. Okay, so that is all about Punjab board student. However, ਇਹ ਕਾਫੀ ਰੈਂਡਮ ਵੀਡੀਓ ਸੀਗੀ, ਮੈਂ ਸਕ੍ਰਿਪਟ ਨਹੀਂ ਲਿਖੀ ਹੋਈ ਸੀ ਕਿ ਕੋਈ ਵੀ ਇਸ ਦੀ, ਜੋ ਮੇਰੇ ਮਾਈਂਡ ਦੇ ਵਿੱਚ ਆ ਰਿਹਾ ਸਗੋਂ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਹੈਗਾ। ਬਟ ਫਿਰ ਵੀ ਅਗਰ ਤੁਹਾਨੂੰ ਕੋਈ ਵੀ ਡਾਊਟ ਹੈਗਾ ਤਾਂ ਰੀਅਲੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅਗਰ ਮੈਂ ਪੰਜਾਬੀ ਮੀਡੀਅਮ ਸਟੂਡੈਂਟਸ ਦੀ ਕੁਝ ਹੈਲਪ ਕਰ ਪਾਵਾਂ, ਉਹਨਾਂ ਦੀ ਆਇਲਸ ਪ੍ਰੈਪਰੇਸ਼ਨ ਥੋੜ੍ਹਾ ਜਿਹਾ ਹੋਰ ਆਸਾਨ ਬਣਾ ਸਕਾਂ। ਠੀਕ ਹੈ ਜੀ। ਸੋ ਇਸ ਵਾਸਤੇ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਹੈਲਪ ਚਾਹੀਦੀ ਹੈਗੀ, ਮੈਨੂੰ ਕਮੈਂਟ ਸੈਕਸ਼ਨ 'ਚ ਲਿਖੋ ਜਾਂ ਨੀਚੇ ਡਿਸਪਲੇ ਨੰਬਰ ਦੇ ਉੱਤੇ ਮੈਨੂੰ ਵਟਸਐਪ ਕਰੋ, ਮੈਂ ਤੁਹਾਨੂੰ ਡੈਫੀਨੇਟਲੀ ਰਿਪਲਾਈ ਕਰੂੰਗਾ। ਥੈਂਕ ਯੂ।